ਸਤਿ ਸ਼੍ਰੀ ਅਕਾਲ। ਪੰਜਾਬੀ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ। ਰੁਕ ਕਰਦੇ ਹਾਂ ਅੱਜ ਦੀਆਂ ਵੱਡੀਆਂ ਅਤੇ ਖਾਸ ਖਬਰਾਂ ਦੇ ਵੱਲ। ਸ਼ੁਰੂਆਤ ਕਰਦੇ ਹਾਂ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੋਂ। ਅੱਜ ਦਿੱਲੀ ਦੇ ਸੁਪਰੀਮੋ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬ ਆ ਰਹੇ ਹਨ। ਉਹ ਬੱਸਾਂ ਦੇ ਉਦਘਾਟਨ ਲਈ ਪੰਜਾਬ ਪਹੁੰਚ ਰਹੇ ਨੇ। ਇਸ ਖਬਰ ਤੇ ਮੁਕੰਮਲ ਜਾਣਕਾਰੀ ਲਈ ਸਿੱਧਾ ਰੁਕ ਕਰਦੇ ਹਾਂ ਸਾਡੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਦਾ। देखो ਅੱਜ अरविंद केजरीवाल ਦਾ ਪੰਜਾਬ ਦਾ ਦੌਰਾ ਹੈ ਔਰ ਕਿਉਂਕਿ ਭਗਵੰਤ ਮਾਨ ਉਹਨਾਂ ਨੇ ਅੱਜ ਬੱਸਾਂ ਰਵਾਨਾ ਕਰਨੀਆਂ ਨੇ। ਹੁਣ ਦੋ ਅੱਜ ਵੱਡੇ ਪ੍ਰੋਗਰਾਮ ਨੇ। ਇੱਕ ਤਾਂ ਬੱਸਾਂ ਰਵਾਨਾ ਹੋਣੀਆਂ ਨੇ ਪੰਜਾਬ 'ਚ, ਦੂਸਰਾ ਦਿੱਲੀ ਦੇ ਵਿੱਚ ਬੀਬੀ ਮਮਤਾ ਬਨਰਜੀ ਉਹਨਾਂ ਨੇ ਮੀਟਿੰਗ ਸੱਦੀ ਹੋਈ ਹੈ ਗੈਰ ਭਾਜਪਾ ਦਲਾਂ ਦੀ, ਜਿਵੇਂ ਤੁਹਾਨੂੰ ਪਤਾ ਹੀ ਹੈ। ਹੁਣ ਅਰਵਿੰਦ ਕੇਜਰੀਵਾਲ ਕੀ ਬੱਸਾਂ ਦੇ ਪ੍ਰੋਗਰਾਮ ਦੇ ਨਾਲ ਨਾਲ ਉਸ ਪ੍ਰੋਗਰਾਮ ਨੂੰ ਅਟੈਂਡ ਕਰਨਗੇ ਜਾਂ ਅਰਵਿੰਦ ਕੇਜਰੀਵਾਲ ਸੰਗਰੂਰ ਜ਼ਿਮਨੀ ਚੋਣ ਦੇ ਲਈ ਪ੍ਰਚਾਰ ਕਰਨ ਜਾਣਗੇ? ਸੋ ਇਹ ਅੱਜ ਬੜਾ ਦਿਲਚਸਪ ਰਹੂਗਾ ਦੇਖਣਾ ਕਿ ਅਰਵਿੰਦ ਕੇਜਰੀਵਾਲ ਇਹ ਸਾਰੀਆਂ ਚੀਜ਼ਾਂ ਦੇ ਨਾਲ ਕਿਵੇਂ ਆਪਣਾ ਤਾਲਮੇਲ ਬਿਠਾਉਂਦੇ ਨੇ। ਦੇਖਿਆ ਜਾਵੇ ਤਾਂ ਅੱਜ ਏਅਰਪੋਰਟ ਲਈ ਬੱਸਾਂ ਰਵਾਨਾ ਹੋਣੀਆਂ ਨੇ। ਇਹ ਇੱਕ ਵੱਡੀ ਪ੍ਰਾਪਤੀ ਦੇ ਤੌਰ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ 'ਚ ਗੱਲ ਲੈ ਕੇ ਜਾ ਰਹੀ ਹੈ। ਭਗਵੰਤ ਮਾਨ ਨੇ ਇਹਦੇ 'ਤੇ ਵੀਡੀਓ ਵੀ ਜਾਰੀ ਕੀਤਾ ਸੀ ਔਰ ਅੱਜ ਜਿਹੜੀ ਬੱਸਾਂ ਦੀ ਰਵਾਨਗੀ ਹੈ ਇੰਦਰਾ ਗਾਂਧੀ ਏਅਰਪੋਰਟ 'ਤੇ ਸਾਡੀਆਂ ਸਰਕਾਰੀ ਵੋਲਵੋ ਬੱਸਾਂ ਜਾਣਗੀਆਂ। ਇਹ ਖੁਸ਼ੀ ਦਾ ਦਿਨ ਹੈ। ਇਹ ਚੰਗਾ ਲੱਗਿਆ ਕਿ ਪੰਜਾਬ ਦੀਆਂ ਸਰਕਾਰੀ ਬੱਸਾਂ ਇੰਦਰਾ ਗਾਂਧੀ ਹਵਾਈ ਅੱਡੇ 'ਤੇ ਜਾਣਗੀਆਂ। ਮੈਨੂੰ ਰਾਜਾ ਵੜਿੰਗ ਦਾ ਬਿਆਨ ਯਾਦ ਆਉਂਦਾ। 2-3 ਦਿਨ ਤੋਂ ਲਗਾਤਾਰ ਕਹਿ ਰਹੇ ਨੇ ਕਿ ਜਦੋਂ ਮੈਂ ਟਰਾਂਸਪੋਰਟ ਮਿਨਿਸਟਰ ਬਣਿਆ ਸੀ ਤੇ ਮੈਂ ਵੀ ਅਰਵਿੰਦ ਕੇਜਰੀਵਾਲ ਜੀ ਨੂੰ ਚਿੱਠੀ ਲਿਖੀ ਸੀ, ਮਿਲਣ ਦਾ ਵਕਤ ਮੰਗਿਆ ਸੀ, ਪਰ ਮੇਰੀ ਮੁਲਾਕਾਤ ਨਹੀਂ ਹੋਈ ਔਰ ਉਦੋਂ ਦਿੱਲੀ 'ਚ ਬੱਸਾਂ ਇੰਦਰਾ ਗਾਂਧੀ ਏਅਰਪੋਰਟ 'ਤੇ ਜਾ ਨਹੀਂ ਸਕੀਆਂ। ਮੈਂ ਵੀ ਭੇਜਣਾ ਚਾਹੁੰਦਾ ਸੀ, ਪਰ ਹੁਣ ਭਗਵੰਤ ਮਾਨ ਭੇਜ ਰਹੇ ਨੇ। ਇਹ ਸਾਡੇ ਲਈ ਖੁਸ਼ੀ ਵਾਲੀ ਗੱਲ ਹੈ ਔਰ ਕਿਰਾਇਆ ਵੀ ਕਹਿੰਦੇ ਪ੍ਰਾਈਵੇਟ ਬੱਸਾਂ ਨਾਲੋਂ ਲਗਭਗ ਘੱਟ ਹੋਏਗਾ, ਬਹੁਤ ਜ਼ਿਆਦਾ। ਸਹੂਲਤਾਂ ਵੀ ਉਮੀਦ ਕਰਦੇ ਹਾਂ ਸਰਕਾਰੀ ਵੋਲਵੋ ਬੱਸਾਂ 'ਚ ਚੰਗੀਆਂ ਹੋਣਗੀਆਂ, ਪਰ ਇੱਕ ਮੁਕਾਬਲੇ ਦੀ ਸਥਿਤੀ ਤਾਂ ਬਣੀ। ਜਿਹਨੇ ਪ੍ਰਾਈਵੇਟ ਬੱਸ 'ਚ ਜਾਣਾ ਉਹ ਪ੍ਰਾਈਵੇਟ 'ਚ ਜਾਵੇ, ਜਿਹਨੇ ਸਰਕਾਰੀ 'ਚ ਜਾਣਾ ਉਹ ਸਰਕਾਰੀ 'ਚ ਜਾਵੇ। ਪਰ ਸਰਕਾਰੀ ਹੋਣੀਆਂ ਬੜੀਆਂ ਜ਼ਰੂਰੀ ਸੀ ਤਾਂ ਕਿ ਕਿਸੇ ਦੀ ਵੀ ਜਿਹੜੀ ਹੈ ਮੋਨੋਪਲੀ ਨਾ ਬਣੇ। ਕਈ ਵਾਰੀ ਜਦੋਂ ਸਿਰਫ ਇੱਕੋ ਪਲੇਅਰ ਮੈਦਾਨ 'ਚ ਹੁੰਦਾ ਫਿਰ ਉਹ ਆਪਣੇ ਆਪ 'ਚ ਜੇਤੂ ਹੁੰਦਾ। ਸੋ ਇਸ ਕਰਕੇ ਮੁਕਾਬਲੇ ਦੀ ਜਿਹੜੀ ਸਥਿਤੀ ਆ ਉਹ ਰਹਿਣੀ ਚਾਹੀਦੀ ਹੈ। ਮੈਂ ਤਾਂ ਕਹਿੰਦਾ ਹੋਰ ਵੀ ਪੰਜਾਬ ਦੀਆਂ ਪ੍ਰਾਈਵੇਟ ਬੱਸਾਂ ਨੂੰ ਜਿਹੜੇ ਇਸ ਤਰ੍ਹਾਂ ਦੇ ਪਰਮਿਟ ਤੇ ਮਨਜ਼ੂਰੀਆਂ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ ਕਿ ਕਈ ਕੰਪਨੀਆਂ ਦੀਆਂ ਬੱਸਾਂ ਨੇ ਜਿਹੜੀਆਂ ਉਹ ਹਵਾਈ ਅੱਡੇ 'ਤੇ ਜਾਣ, ਤਾਂ ਕਿ ਇੱਕ ਮੁਕਾਬਲਾ ਬਣੇ ਜਿਹਦੇ 'ਚ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਘੱਟ ਮੁੱਲ ਦੇ ਉੱਤੇ ਜਾਣਾ ਪਵੇ। ਔਰ ਸਾਡੀ ਬਹੁਤ ਵੱਡੀ ਗਿਣਤੀ 'ਚ ਸਾਡੇ ਵਿਦਿਆਰਥੀ ਨੇ ਜਿਹੜੇ ਦੂਸਰੇ ਮੁਲਕਾਂ ਨੂੰ ਪੜ੍ਹਨ ਜਾਂਦੇ ਨੇ। ਸਾਡੇ NRIs ਨੇ ਜਦੋਂ ਪੰਜਾਬ ਆਉਂਦੇ ਨੇ ਉਹਨਾਂ ਨੇ ਆਉਣਾ ਜਾਣਾ ਹੁੰਦਾ। ਸੋ ਹੁਣ ਤਾਂ ਅਮਰੀਕਾ, ਕੈਨੇਡਾ, ਇੰਗਲੈਂਡ ਜਾਂ ਦੂਸਰੀਆਂ ਕੰਟਰੀਜ਼ ਸਾਡੇ ਪੰਜਾਬੀਆਂ ਲਈ ਕੋਈ ਬਹੁਤੀਆਂ ਦੂਰ ਨਹੀਂ ਰਹਿ ਗਈਆਂ। ਬਹੁਤ ਵੱਡੀ ਗਿਣਤੀ 'ਚ ਲੋਕਾਂ ਦੇ ਪਾਸਪੋਰਟ ਬਣੇ ਨੇ। ਲੋਕ ਵਿਆਹਾਂ ਸ਼ਾਦੀਆਂ 'ਤੇ ਜਾਂਦੇ ਨੇ, ਸਮਾਗਮਾਂ 'ਚ ਜਾਂਦੇ ਨੇ, ਘੁੰਮਣ ਵੀ ਜਾਂਦੇ ਨੇ, ਟੂਰਿਸਟ ਵੀਜ਼ੇ 'ਤੇ ਜਾਂਦੇ ਨੇ। ਸੋ ਇਸ ਕਰਕੇ ਇਹ ਚੰਗਾ ਫੈਸਲਾ। ਇਹਦੇ ਨਾਲ ਖਜ਼ਾਨਾ ਪੰਜਾਬ ਦੀ ਸਰਕਾਰ ਦੇ ਖਜ਼ਾਨੇ 'ਚ ਵੀ ਪੈਸਾ ਆਊਗਾ, ਲੋਕਾਂ ਨੂੰ ਵੀ ਸਹੂਲਤ ਮਿਲੂਗੀ। ਹੁਣ ਗੱਲ ਦੇਖਣ ਵਾਲੀ ਇਹ ਹੈ ਹਰਜੋਤ ਜੀ ਕਿ ਮਮਤਾ ਬਨਰਜੀ ਉਹਨਾਂ ਨੇ ਅੱਜ ਮੀਟਿੰਗ ਰੱਖੀ ਹੈ ਦਿੱਲੀ। ਉਹਨਾਂ ਨੇ ਸਾਰੀਆਂ ਜਿਹੜੀਆਂ ਗੈਰ ਭਾਜਪਾ ਪਾਰਟੀਆਂ ਨੇ ਉਹਨਾਂ ਨੂੰ ਚਿੱਠੀ ਲਿਖੀ ਸੀ। ਅਰਵਿੰਦ ਕੇਜਰੀਵਾਲ ਨੂੰ ਵੀ ਚਿੱਠੀ ਲਿਖੀ ਸੀ ਮਮਤਾ ਬਨਰਜੀ ਨੇ। ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਵੀ ਕੀ ਅਰਵਿੰਦ ਕੇਜਰੀਵਾਲ ਮਮਤਾ ਬਨਰਜੀ ਦੀ ਉਸ ਮੀਟਿੰਗ 'ਚ ਸ਼ਾਮਲ ਹੁੰਦੇ ਨੇ ਜਾਂ ਆਪਣੀ ਥਾਂ ਤੇ ਕਿਸੇ ਹੋਰ ਨੂੰ ਭੇਜਦੇ ਨੇ। ਉਧਰ ਕੱਲ੍ਹ ਲਾਰੈਂਸ ਬਿਸ਼ਨੋਈ ਨੂੰ ਦਿੱਲੀ ਦੀ ਪਟਿਆਲਾ ਅਦਾਲਤ ਨੇ ਪੰਜਾਬ ਪੁਲਿਸ ਨੂੰ ਸੌਂਪ ਦਿੱਤਾ। ਉਸ ਦਾ 1 ਦਿਨ ਦਾ ਟ੍ਰਾਂਜ਼ਿਟ ਰਿਮਾਂਡ ਦਿੱਤਾ ਗਿਆ ਹੈ। ਪੰਜਾਬ ਪੁਲਿਸ ਨੇ ਦਿੱਲੀ ਪੁਲਿਸ ਨੂੰ ਅਰਜ਼ੀ ਲਾ ਕੇ ਉਸ ਦੀ ਗ੍ਰਿਫਤਾਰੀ ਅਤੇ ਰਿਮਾਂਡ ਮੰਗਿਆ ਸੀ। ਪੰਜਾਬ ਪੁਲਿਸ ਉਸ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਮੁੱਖ ਮੁਲਜ਼ਮ ਮੰਨ ਰਹੀ ਹੈ ਅਤੇ ਇਸ ਸ਼ੱਕ ਵਿੱਚ ਸਬੂਤਾਂ ਤਹਿਤ ਪੁੱਛਗਿੱਛ ਕਰਨਾ ਚਾਹੁੰਦੀ ਸੀ। ਪੰਜਾਬ ਪੁਲਿਸ ਅੱਜ ਲਾਰੈਂਸ ਬਿਸ਼ਨੋਈ ਨੂੰ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕਰੇਗੀ। ਇਸ ਤੋਂ ਪਹਿਲਾਂ ਕੱਲ੍ਹ ਸਾਰਾ ਦਿਨ ਉਸ ਦੀ ਕਸਟਡੀ ਹਾਸਲ ਕਰਨ ਲਈ ਦਿੱਲੀ ਦੀ ਪਟਿਆਲਾ ਕੋਰਟ ਵਿੱਚ ਕਾਨੂੰਨੀ ਜੱਦੋਜਹਿਦ ਚੱਲਦੀ ਰਹੀ। ਲਾਰੈਂਸ ਬਿਸ਼ਨੋਈ ਦੇ ਵਕੀਲ ਉਸ ਦੀ ਸੁਰੱਖਿਆ ਨੂੰ ਲੈ ਕੇ ਚਿੰਤਿਤ ਸਨ। ਉਹਨਾਂ ਕਿਹਾ ਕਿ ਲਾਰੈਂਸ ਬਿਸ਼ਨੋਈ ਨੂੰ ਐਨਕਾਊਂਟਰ ਦਾ ਵੀ ਡਰ ਸੀ। ਇਹ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਦਿੱਲੀ ਤੋਂ ਰਾਤ ਵੇਲੇ ਪੰਜਾਬ ਪੁਲਿਸ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਲਈ ਲੈ ਕੇ ਰਵਾਨਾ ਹੋਈ ਸੀ। ਇਸ ਮਾਮਲੇ ਨੂੰ ਲੈ ਕੇ ਲਾਰੈਂਸ ਬਿਸ਼ਨੋਈ ਦੇ ਵकील का भी बयान सामने आया है। हैंडकफ शेकर्स के अंदर ले आया जाएगा, हॉस्पिटल में मेडिकल गाड़ी के अंदर ले आया, रामलोहिया हॉस्पिटल जो भी कंसर्न हॉस्पिटल होगा, और इसके अलावा इसको बुलेट प्रूफ गाड़ी के अंदर ले आया जाएगा। सारे जो SIT की टीम होगी जिसके अंदर में जो सीनियर ऑफिसर जो डिप्लॉयड किए गए हैं वो सारे के सारे इसकी सेफ्टी में रहेंगे, तैनात रहेंगे। इसके अलावा पूरी जाने यहाँ से लेके जाने के और ट्रांजिट रिमांड तक की पूरी वीडियोग्राफी कराई जाएगी। यानी पूरे सेफ्टी मेजर्स को ध्यान में रखते हुए प्रॉपर मेडिकल कराया जाएगा, प्रॉपर बुलेट प्रूफ गाड़ियों में ले जाया जाएगा।
प्रॉपर इसके अंदर में सीनियर पुलिस ऑफिसर डेप्लॉयड किए जाएंगे और सर आपने अपोज किया था इसको, अब फर्दर आपका क्या नेक्स्ट? देखिए हमारा अपोज करने का यही था कि इसके फिजिकल कस्टडी ना दी जाए, लेकिन अगर दी जाए तो शर्तों के साथ दी जाए। तो उसको मानते हुए कोर्ट ने डिटेल ऑर्डर पास कर दिया है, जिसमें फुल डायरेक्शन पास की गई है कि इसकी जिंदगी का पूरा जिम्मेदारी जो है पंजाब पुलिस उठाएगी, इसकी सुरक्षा की पूरी जिम्मेदारी पंजाब पुलिस की होगी। इसके साथ कोई मिसहैपनिंग कुछ ऐसा नहीं होना चाहिए, इसकी जवाबदेही तय कर दी गई है पंजाब पुलिस की संख्या तय की गई है। आगे आपके क्या? देखिए अभी मानसा कोर्ट के अंदर एक दिन का सिर्फ इनको ट्रांजिट रिमांड मिला है, इनको विदिन 24 आवर्स मानसा जेल में, मानसा कोर्ट में इनको पेश करना पड़ेगा। वहां से फर्दर देखते हैं कितने दिन का पीसी मांगते हैं, क्या है, फिर हम बताएंगे इसके ठीक है सर। उनके वकील ने अपना पक्ष रखा तो उन्होंने बढ़िया तरीके से आर्गू किया। कोर्ट ने जो आर्गूमेंट की वो हमारी अप्रिशिएट की, हमें कस्टडी दे दी और ट्रांजिट रिमांड भी दे दिया। हम अपने प्रोसीजर को फॉलो करेंगे अकॉर्डिंगली। ਉਧਰ ਕੱਲ੍ਹ ਭਾਰਤ ਸਰਕਾਰ ਅਤੇ ਕੌਮੀ ਰੱਖਿਆ ਮੰਤਰੀ ਵੱਲੋਂ ਫੌਜ ਵਿੱਚ ਭਰਤੀ ਲਈ ਅਗਨੀਪਥ ਸਕੀਮ ਲਾਂਚ ਕੀਤੀ ਗਈ। ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਦਾ ਖੁਲਾਸਾ ਕਰਦਿਆਂ ਕੀ ਕਿਹਾ, ਸੁਣਦੇ ਹਾਂ। भारतीय सेनाओं को विश्व की बेहतरीन सेना बनाने के लिए उस दृष्टि से आज कैबिनेट कमेटी ऑन सिक्योरिटी ने भी एक ऐतिहासिक फैसला किया है। आज का अग्निपथ नामक एक ट्रांसफॉर्मेटिव योजना हम ला रहे हैं, जो हमारी आर्म फोर्सेस में ट्रांसफॉर्मेटिव चेंजेज लाकर उन्हें फुली मॉडर्न और वेल इक्विप्ड बनाएगी। अग्निपथ योजना में भारतीय नौजवानों को बतौर अग्निवीर आर्म फोर्सेस में सेवा का अवसर प्रदान किया जाएगा और यह योजना देश की सुरक्षा को मजबूत करने व हमारे युवाओं को मिलिट्री सर्विस का अवसर देने के लिए लाई गई है। आप सब मेरी इस बात से जरूर सहमत होंगे कि संपूर्ण राष्ट्र, खासतौर पर हमारे नौजवान आर्म फोर्सेस को सम्मान के नजरिए से देखते हैं। अपने जीवन काल में कभी न कभी प्रत्येक बच्चा सेना की वर्दी धारण करने की वह तमन्ना रखता है। अग्निपथ योजना के अंतर्गत यह प्रयास किया जा रहा है कि इंडियन आर्म फोर्सेस का प्रोफाइल पूरी तरह से यूथफुल हो। यूथफुल प्रोफाइल से यह फायदा भी होगा कि उन्हें नई नई टेक्नोलॉजीज के लिए आसानी से ट्रेन किया जा सकेगा और उनकी हेल्थ और फिटनेस का लेवल भी काफी बेहतर होगा। साथियों, इस अग्निपथ योजना से एम्प्लॉयमेंट अपॉर्चुनिटीज बढ़ेंगी और अग्निवीर सेवा के दौरान अर्जित स्किल्स एवं एक्सपीरियंस उन्हें विभिन्न क्षेत्रों में एम्प्लॉयमेंट भी प्राप्त कराएगा और इससे भारतीय अर्थव्यवस्था को भी हायर स्किल्ड वर्कफोर्स की उपलब्धता होगी, जो प्रोडक्टिविटी गेन और ओवरऑल जीडीपी ग्रोथ में सहायक होगी। ਅਤੇ ਇਸੇ ਖਬਰ ਤੇ ਸੁਣਦੇ ਹਾਂ ਸਾਡੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਦਾ ਕੀ ਕਹਿਣਾ। ਦੇਖੋ, ਬਿਲਕੁਲ ਭਾਰਤ ਸਰਕਾਰ ਦਾ ਜਿਹੜਾ ਰੱਖਿਆ ਮੰਤਰਾਲਾ ਹੈ ਉਹਦੇ ਵੱਲੋਂ ਕੱਲ ਪ੍ਰੈਸ ਕਾਨਫਰੰਸ ਕੀਤੀ ਗਈ। ਬਕਾਇਦਾ ਸਾਡੇ ਦੇਸ਼ ਦੇ ਰੱਖਿਆ ਮੰਤਰੀ ਨੇ ਰਾਜਨਾਥ ਸਿੰਘ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਔਰ ਸਾਡੇ ਜਿਹੜੇ ਫੌਜ ਦੇ ਵੱਡੇ ਅਫਸਰ ਸੀ, ਮੁਖੀ ਸੀ ਫੌਜਾਂ ਦੇ, ਉਹ ਸਾਰੇ ਉੱਥੇ ਮੌਜੂਦ ਰਹੇ। ਔਰ ਤੁਸੀਂ ਦੇਖੋ, ਇਹ ਬਹੁਤ ਇੱਕ ਵੱਡਾ ਮੌਕਾ ਹੈ। ਅਗਲੇ 90 ਦਿਨਾਂ ਦੇ ਵਿੱਚ ਥਲ ਸੈਨਾ ਦੀ ਪਹਿਲੀ ਜਿਹੜੀ ਰਿਕਰੂਟਮੈਂਟ ਰੈਲੀ ਹੋਣੀ ਹੈ ਔਰ ਉਹਦੇ 'ਚ 40,000 ਸਾਡੇ ਫੌਜੀ ਭਰਤੀ ਕੀਤੇ ਜਾਣੇ ਨੇ ਔਰ ਫੌਜੀਆਂ ਨੂੰ ਹੁਣ ਕਿਹਾ ਜਾਏਗਾ ਇਸ ਯੋਜਨਾ ਤਹਿਤ ਅਗਨੀਵੀਰ ਆਪਾਂ ਅਗਰ ਪੰਜਾਬੀ 'ਚ ਬੋਲੀਏ, ਔਰ ਇਹਦਾ ਨਾਮ ਹੈਗਾ ਅਗਨੀਪਥ ਰਿਕਰੂਟਮੈਂਟ ਸਕੀਮ। ਅਗਨੀਪਥ ਸਕੀਮ ਹੁਣ ਇਹ ਜਿੱਥੋਂ ਤੱਕ ਮੈਂ ਇਹਨੂੰ ਪੜ੍ਹਿਆ ਹਰਜੋਤ ਜੀ, ਇਹ ਮੈਨੂੰ ਬਹੁਤ ਚੰਗੀ ਯੋਜਨਾ ਲੱਗੀ ਭਾਰਤ ਸਰਕਾਰ ਦੀ। ਔਰ ਨਿਸ਼ਚਿਤ ਤੌਰ 'ਤੇ ਇਹਦੇ 'ਚ ਹੈ ਕੀ ਹੈ, ਇਹਦੇ 'ਚ 17.5 ਸਾਲ ਤੋਂ ਲੈ ਕੇ 21 ਸਾਲ ਤੱਕ ਦੇ ਜਿਹੜੇ ਸਾਡੇ ਨੌਜਵਾਨ ਨੇ, 17.5 ਸਾਲ ਦੇ ਕਿਸ਼ੋਰਾਂ ਤੋਂ ਲੈ ਕੇ 21 ਸਾਲ ਤੱਕ ਦੇ ਜਿਹੜੇ ਨੌਜਵਾਨ ਨੇ, ਉਹਨਾਂ ਕੋਲੇ 4 ਸਾਲ ਫੌਜ ਦੀ ਸੇਵਾ ਦਾ ਮੌਕਾ ਹੈ। ਇਹਨਾਂ 4 ਸਾਲਾਂ 'ਚ ਪਹਿਲੇ 6 ਮਹੀਨੇ ਟ੍ਰੇਨਿੰਗ ਹੋਏਗੀ ਔਰ ਉਹਨਾਂ ਨੂੰ ਪਹਿਲੇ ਸਾਲ ਤੋਂ 4,76,000 ਰੁਪਏ ਦਾ ਸਾਲਾਨਾ ਸੈਲਰੀ ਪੈਕੇਜ ਹੋਏਗਾ। ਮਤਲਬ ਲਗਭਗ 4.5 ਲੱਖ ਦਾ ਉਹਨਾਂ ਦਾ 1 ਸਾਲ ਦਾ ਸੈਲਰੀ ਦਾ ਪੈਕੇਜ ਹੋਏਗਾ ਔਰ ਇਹਦੇ ਨਾਲ ਚੌਥੇ ਸਾਲ ਤੱਕ 4 ਸਾਲ ਦੀ ਕੁੱਲ ਸਰਵਿਸ ਹੋਏਗੀ। ਚੌਥੇ ਸਾਲ
ਉਹਨਾਂ ਨੂੰ 6.92 ਲੱਖ ਤੱਕ ਉਹਨਾਂ ਦਾ ਪੈਕੇਜ ਹੋ ਜਾਏਗਾ। ਸੋ ਕਰੀਬ 7 ਲੱਖ ਚੌਥੇ ਸਾਲ ਤਨਖਾਹ ਮਿਲੂਗੀ। ਇਹ ਮਹੀਨਿਆਂ 'ਚ ਤਨਖਾਹ ਆ ਜਾਣੀ ਹੈ ਔਰ ਇਹਦਾ ਕੁਝ ਹਿੱਸਾ ਸਰਕਾਰ ਕੋਲੇ ਰਹੂਗਾ, ਜਿਹੜਾ ਬਾਅਦ ਦੇ ਵਿੱਚ ਉਹਨਾਂ ਨੂੰ ਪੈਨਸ਼ਨ ਦੇ ਲਾਭ ਦੇ ਤੌਰ ਦੇ ਉੱਤੇ ਵੀ ਮਿਲੂਗਾ, ਕੁਝ ਪਰਸੈਂਟੇਜ, ਜਿਵੇਂ ਆਮ ਸਾਡੇ ਕਟੌਤੀ ਹੁੰਦੀ ਹੈ। ਪਰ ਇਹ ਇੱਕ 17 ਤੋਂ 21 ਸਾਲ ਦੇ ਕਿਸੇ ਵੀ ਨੌਜਵਾਨ ਦੇ ਲਈ ਇੱਕ ਚੰਗਾ ਪੈਕੇਜ ਹੈ, ਇੱਕ ਚੰਗੀ ਉਹਦੇ ਲਈ ਇੱਕ ਤਨਖਾਹ ਹੈ ਮੈਂ ਕਹਾਂ। ਨਾਲੇ ਉਹ ਦੇਸ਼ ਸੇਵਾ ਕਰੂਗਾ, ਫੌਜ 'ਚ ਉਹਦੀ ਟ੍ਰੇਨਿੰਗ ਹੋਏਗੀ, ਭਾਵੇਂ ਚੀਨ ਦਾ ਬਾਰਡਰ ਹੈ ਭਾਵੇਂ ਪਾਕਿਸਤਾਨ ਦਾ ਬਾਰਡਰ ਹੈ, ਉੱਥੇ ਟ੍ਰੇਨਿੰਗ ਹੋਊਗੀ। ਸਾਰੀਆਂ ਜਿਹੜੀਆਂ ਫੌਜ ਦੀਆਂ ਜਿਹੜੀਆਂ ਟ੍ਰੇਨਿੰਗਸ ਨੇ ਉਹਨਾਂ ਨੂੰ ਸਿੱਖਣ ਦਾ ਉਹਨਾਂ ਨੂੰ ਮੌਕਾ ਪ੍ਰਾਪਤ ਹੋਊਗਾ। ਔਰ 17.5 ਸਾਲ ਤੋਂ 21 ਸਾਲ ਬਹੁਤ ਵੱਡੀ ਗਿਣਤੀ 'ਚ ਸਾਡੇ ਜਿਹੜੇ ਦੇਸ਼ ਦੇ ਨੌਜਵਾਨ ਨੇ ਉਹ ਇਹਦਾ ਹਿੱਸਾ ਬਣਨਗੇ। ਔਰ ਸਾਡੀ ਜਿਹੜੀ ਫੌਜ ਦੀ ਜਿਹੜੀ ਆਮ ਤੌਰ 'ਤੇ ਹਜੇ ਤੱਕ ਜਿਹੜੀ ਐਵਰੇਜ ਜਿਹੜੀ ਏਜ ਸੀ ਨਾ ਜੀ ਉਹ 32 ਸਾਲ ਸੀ। ਸੋ ਨੌਜਵਾਨਾਂ ਦੇ ਮਾਮਲੇ 'ਤੇ ਫੌਜ 'ਚ ਆਉਣ ਵੇਲੇ ਤੇ ਹੁਣ ਹੋ ਜਾਏਗੀ 26 ਸਾਲ। ਸੋ ਐਵਰੇਜ ਹਾਲਾਂਕਿ ਨਵੀਂ ਭਰਤੀ ਤਾਂ 17.5 ਤੋਂ 21 ਸਾਲ 'ਚ ਹੀ ਹੋਣੀ ਹੈ, ਪਰ ਕੁੱਲ ਫੌਜ ਦੀ ਜਿਹੜੀ ਐਵਰੇਜ ਉਮਰ ਹੈ ਉਹ ਵੀ ਬਹੁਤ ਜਲਦੀ 26 ਸਾਲ ਬਣ ਜਾਏਗੀ। ਸੋ ਸਾਡੀ ਜਿਹੜੀ ਫੋਰਸ ਹੈ ਉਹ ਬਹੁਤ ਨੌਜਵਾਨ ਬਣੇਗੀ ਔਰ ਇਹਦੇ ਨਾਲ ਨੌਜਵਾਨਾਂ ਨੂੰ ਕਿਸ਼ੋਰ ਅਵਸਥਾ ਪਾਰ ਕਰਦੇ ਹੀ ਦੇਸ਼ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾਉਣ ਦਾ ਮੌਕਾ ਮਿਲੇਗਾ। ਔਰ 4 ਸਾਲ ਬਾਅਦ ਜਦੋਂ ਇਹਨਾਂ ਨੇ ਰਿਟਾਇਰ ਹੋਣਾ ਹੈ, ਇਹਨਾਂ 'ਚੋਂ 25% ਨੇ ਜਿਹੜੇ ਉਹ ਅੱਗੇ ਵਧਣਗੇ ਔਰ 75% ਨੇ ਜਿਹੜੇ ਉਹ ਇੱਕ ਤਰੀਕੇ ਨਾਲ ਉਹਨਾਂ ਦਾ 4 ਸਾਲ ਦਾ ਜਿਹੜਾ ਸਰਵਿਸ ਟਰਮ ਹੈ ਉਹ ਸਮਾਪਤ ਹੋਏਗੀ। ਔਰ ਜਿਹੜੇ 75% ਨੇ ਉਹਨਾਂ ਨੂੰ ਲਗਭਗ ਪੌਣੇ 12 ਲੱਖ 11,70,000 ਰੁਪਏ ਦੀ ਉਹਨਾਂ ਨੂੰ ਰਿਟਾਇਰਮੈਂਟ ਦੇ ਤਹਿਤ 4 ਸਾਲਾਂ ਬਾਅਦ ਰਾਸ਼ੀ ਮਿਲੇਗੀ। ਸੋ ਤੁਸੀਂ 21 ਸਾਲ 'ਚ ਸਾਡਾ ਵਿਦਿਆਰਥੀ ਅਗਰ ਕੋਈ ਸੇਵਾ ਕਰਕੇ ਬਾਹਰ ਆਏਗਾ ਫੌਜ 'ਚ ਅਗਨੀਵੀਰ, ਤੇ ਉਹ ਪੌਣੇ 12 ਲੱਖ ਰੁਪਇਆ ਨਾ ਲੈ ਕੇ ਆਏਗਾ ਔਰ 21 ਸਾਲ ਤੋਂ ਬਾਅਦ ਉਹਦੇ ਕੋਲੇ 4 ਸਾਲ ਦਾ ਐਕਸਪੀਰੀਅੰਸ ਹੋਏਗਾ, ਉਹ ਸਕਿਲਡ ਹੋਏਗਾ, ਟ੍ਰੇਨਡ ਹੋਏਗਾ, ਭਾਵੇਂ ਉਹ ਸਿਕਿਉਰਿਟੀ ਸਰਵਿਸਿਜ਼ ਵਾਲੇ ਪਾਸੇ ਚਲੇ ਜਾਵੇ, ਭਾਵੇਂ ਉਹ 21 ਸਾਲ ਦਾ ਸਾਡਾ ਟੈਲੈਂਟ, ਭਾਵੇਂ ਉਹ ਹੋਰ ਪੜ੍ਹਾਈ ਕਰੇ, ਕਿਸੇ ਪ੍ਰਾਈਵੇਟ ਕੰਪਨੀ ਨੂੰ ਜੁਆਇਨ ਕਰੇ, ਉਹਦੇ ਕੋਲੇ ਜ਼ਿੰਦਗੀ 'ਚ ਬਹੁਤ ਆਪਸ਼ਨਸ ਨੇ, ਚਾਹੇ ਖੇਡਾਂ ਵਾਲੇ ਪਾਸੇ ਆਵੇ। ਔਰ ਉਹਦੇ ਕੋਲੇ 12 ਲੱਖ ਰੁਪਇਆ 21 ਸਾਲ ਦੀ ਉਮਰ ਤੋਂ ਬਾਅਦ ਹੋਏਗਾ, ਜਿਹੜਾ ਆਮ ਤੌਰ 'ਤੇ ਸਾਡੇ ਕੋਲੇ ਨਹੀਂ ਹੁੰਦਾ। ਉਧਰ ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਭਾਰਤ ਸਰਕਾਰ ਦੀ ਕੈਬਨਿਟ ਮੀਟਿੰਗ ਤੋਂ ਬਾਅਦ ਕੱਲ੍ਹ ਦੇਸ਼ ਵਿੱਚ ਅਗਲੇ 1.5 ਸਾਲ ਦੌਰਾਨ 10 ਲੱਖ ਨੌਕਰੀਆਂ ਦੇਣ ਦਾ ਐਲਾਨ ਕੀਤਾ ਗਿਆ, ਜਿਸ ਦੇ ਹਰ ਪਾਸੇ ਤੋਂ ਸਵਾਗਤ ਕੀਤਾ ਗਿਆ ਹੈ। ਇਸ ਮਾਮਲੇ ਤੇ ਕੇਂਦਰੀ ਮੰਤਰੀ ਅਨੁਰਾਗ ठाकुर ने विस्तार ਨਾਲ ਜਾਣਕਾਰੀ ਦਿੱਤੀ। ਆਓ ਸੁਣਦੇ ਹਾਂ ਉਹਨਾਂ ਕੀ ਕਿਹਾ। माननीय प्रधानमंत्री जी ने देश के युवाओं के लिए ज़्यादा से ज़्यादा रोजगार मिले, उसके लिए भी निर्देश जारी किए हैं कि 10 लाख सरकारी भर्तियां अगले 18 महीने में पूरी की जाएं, ताकि जिन जिन विभागों में कोई पद खाली है उनको भरने का काम भी किया जाए और देश के लाखों युवाओं को 10 लाख सरकारी नौकरियां मोदी सरकार 18 महीने में भरने जा रही है। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ। ਕੱਲ ਫਿਰ ਮਿਲਦੇ ਹਾਂ। ਬਹੁਤ ਬਹੁਤ ਧੰਨਵਾਦ।